गुड इवनिंग स्टूडेंट्स। अज आपां MS एक्सल दा पार्ट 5 डिस्कस करांगे। होप करदा डियर स्टूडेंट तुहानूं पहले 4 पार्ट तुहानूं समझ आ गए होणगे। तो जेकर तुसीं चैनल ते नवें हो तो प्लीज़ चैनल नूं सबसक्राइब जरूर कर लिओ स्टूडेंट्स, भी तां जो तुहानूं हर एक न्यू वीडियो का तुहानूं नोटिफिकेशन मिल सके। तो चलो अज दा सैशन आपां शुरू करते हैं। ठीक है जी। वट नेम डू we give to the current cell in MS Excel that has a cell boundary around it। ਤਾਂ MS Excel ਜਿਹੜਾ ਕਰੰਟ ਸੈੱਲ ਜਿਸ ਦੇ ਅਰਾਊਂਡ ਬਾਉਂਡਰੀ ਬਣੀ ਹੁੰਦੀ ਆ ਉਸ ਨੂੰ ਆਪਾਂ ਕੀ ਬੋਲਦੇ ਹਾਂ? ਤਾਂ ਉਸ ਨੂੰ ਆਪਾਂ ਐਕਟਿਵ ਸੈੱਲ ਬੋਲਦੇ ਹਾਂ। ਤਾਂ ਬੀ ਆਪਸ਼ਨ ਐਕਟਿਵ ਸੈੱਲ ਦੇ ਉੱਤੇ ਤੁਸੀਂ ਟਿਕ ਲਗਾਓਗੇ। ਠੀਕ ਹੈ ਜੀ। ਨੈਕਸਟ ਹੈਗਾ ਆ ਡੈਸ਼ ਇਜ਼ ਐਨ ਇੰਟਰਸੈਕਸ਼ਨ ਆਫ ਆ ਰੋ ਐਂਡ ਆ ਕਾਲਮ ਇਨ ਆ ਵਰਕਸ਼ੀਟ ਵਿੱਚ ਰੋ ਅਤੇ ਕਾਲਮ ਦੇ ਇੰਟਰਸੈਕਸ਼ਨ ਨੂੰ ਕੀ ਕਿਹਾ ਜਾਂਦਾ? ਜਿੱਥੇ ਇੱਕ ਰੋ ਤੇ ਕਾਲਮ ਆ ਕੇ ਟਕਰਾਉਂਦੇ ਨੇ ਤਾਂ ਉਸ ਨੂੰ ਆਪਾਂ ਸੈੱਲ ਕਹਿੰਦੇ ਆ ਡੀਅਰ। ਤਾਂ ਇਹ ਆਪਣੇ ਕੋਲ 82 ਦਾ ਏ ਆਪਸ਼ਨ ਸੈੱਲ ਦੇ ਉੱਤੇ ਤੁਸੀਂ ਟਿਕ ਲਗਾਓਗੇ। ਠੀਕ ਹੈ ਜੀ। ਨੈਕਸਟ ਹੈਗਾ ਵਟ ਇਜ਼ ਦੀ ਐਡਰੈਸ ਆਫ ਦੀ 5th ਰੋ ਐਂਡ 3rd ਕਾਲਮ। 3rd ਕਾਲਮ ਹੈ ਇਸ ਲਈ C ਬਣ ਗਿਆ ਉਸਦਾ, ਤੇ ਰੋ 5th ਹੈ 5 ਨੰਬਰ। ਤਾਂ C5 ਐਡਰੈਸ ਕਿਉਂਕਿ ਪਹਿਲਾਂ ਕਾਲਮ ਦਾ ਨੰਬਰ ਆਉਂਦਾ ਹੁੰਦਾ ਫਿਰ ਰੋ ਦਾ, ਤਾਂ C5 ਬਣ ਜਾਏਗਾ। ਤਾਂ 83 ਦਾ ਆਨਸਰ C ਆਪਸ਼ਨ ਬਣ ਜਾਂਦਾ C5। ਠੀਕ ਹੈ ਜੀ। ਨੈਕਸਟ ਹੈਗਾ ਵਟ ਇਜ਼ ਦੀ ਐਡਰੈਸ ਆਫ 5th ਰੋ ਐਂਡ 3rd ਕਾਲਮ। ਤਾਂ 3rd ਕਾਲਮ ਤੇ 5th ਰੋ ਦਾ ਤਾਂ ਫਿਰ ਦੁਬਾਰਾ ਤੋਂ ਰਿਪੀਟ ਕਰ ਗਿਆ ਆਈ ਥਿੰਕ, ਤਾਂ C5 ਬਣ ਜਾਏਗਾ। ਠੀਕ ਹੈ ਜੀ। ਆਈ ਥਿੰਕ ਨਾ ਜਿਹੜਾ 84 ਹੈ ਨਾ, ਠੀਕ ਹੈਗਾ। ਵਿਚ ਆਫ ਦੀ ਫੋਲੋਇੰਗ ਸ਼ੋਜ਼ ਦੀ ਐਡਰੈਸ ਆਫ ਦੀ ਕਰੰਟ ਸਿਲੈਕਸ਼ਨ ਔਰ ਐਕਟਿਵ ਸੈੱਲ ਇਨ MS Excel। MS Excel ਦੇ ਐਕਟਿਵ ਸੈੱਲ ਦਾ ਐਡਰੈਸ ਜਿਹੜਾ ਐਕਟਿਵ ਸੈੱਲ ਦਾ ਨਾਮ ਹੈ ਉਹ ਕਿਤੇ ਸ਼ੋ ਹੋਊਗਾ ਨੇਮ ਬਾਕਸ ਵਿੱਚ। ਤਾਂ 84 ਦਾ C ਆਪਸ਼ਨ ਦੇ ਉੱਤੇ ਤੁਸੀਂ ਨੇਮ ਬਾਕਸ ਦੇ ਉੱਤੇ ਤੁਸੀਂ ਟਿਕ ਲਗਾਓਗੇ। ਠੀਕ ਹੈ ਜੀ। ਨੇਮ ਬਾਕਸ। ਨੈਕਸਟ ਹੈਗਾ ਹਾਊ ਮੈਨੀ ਸੈੱਲਸ ਵਿਲ ਬੀ ਸਿਲੈਕਟਿਡ ਇਨ MS Excel ਵਰਕਸ਼ੀਟ ਆਫਟਰ ਸਿਲੈਕਟਿੰਗ B5 ਸੈੱਲ ਐਂਡ ਪ੍ਰੈਸਿੰਗ ਕੰਟਰੋਲ ਕੀ ਐਂਡ ਦੈਨ ਕਲਿਕਿੰਗ G9। ਤਾਂ ਦੇਖੋ ਕੰਟਰੋਲ ਕੀ ਪ੍ਰੈਸ ਕੀਤੀ ਹੋਈ ਹੈ ਤਾਂ B5 ਇੱਕ ਸੈੱਲ ਸਿਲੈਕਟ ਹੋਗਾ, G9 ਸਿਰਫ 2 ਸਿਲੈਕਟ ਹੀ ਹੋਣਗੇ। ਜੇ ਇੱਥੇ ਸ਼ਿਫਟ ਕੀ ਹੁੰਦਾ, ਠੀਕ ਹੈ ਨਹੀਂ ਗੱਲ ਡੀਅਰ, ਫਿਰ ਜ਼ਿਆਦਾ ਹੁੰਦੇ। ਫਿਰ ਕਿਵੇਂ B ਤੋਂ ਲੈ ਕੇ G ਤੱਕ ਦੇਖੋ B C D E F G 6 ਇੱਕ ਹੋ ਗਏ, 5 ਤੋਂ B ਤੋਂ ਲੈ ਕੇ G ਤੱਕ 6 ਕਾਲਮ ਹੋ ਗਏ, ਅਤੇ ਰੋ 5 6 7 8 9 5 ਇਹ ਹੋ ਗਏ। ਤਾਂ 6 5 30 ਬਣ ਜਾਂਦੇ, ਬਟ ਕਿਉਂਕਿ ਹੁਣ ਕੰਟਰੋਲ ਪ੍ਰੈਸ ਕੀਤਾ ਹੋਇਆ ਤਾਂ ਇਸ ਲਈ ਸਿਰਫ 2 ਸਿਲੈਕਟ ਹੋਣਗੇ। ਠੀਕ ਹੈ ਜੀ। ਤਾਂ ਇਹ ਆਪਸ਼ਨ 2 ਦੇ ਉੱਤੇ ਤੁਸੀਂ ਟਿਕ ਲਗਾਓਗੇ। ਠੀਕ ਹੈ ਜੀ। ਤਾਂ 86 ਦਾ ਆਪਣੇ ਕੋਲ ਇਹ ਆਪਸ਼ਨ ਆਊਗਾ। ਨੈਕਸਟ ਹੈਗਾ ਵਰਕਬੁੱਕ ਇਨ ਆ ਕੰਪਿਊਟਰ ਐਪਲੀਕੇਸ਼ਨ ਇਜ਼ ਬੇਸਿਕਲੀ ਰਿਲੇਟਿਡ ਟੂ। ਤਾਂ ਜਿਹੜੀ ਵਰਕਬੁੱਕ ਹੈ ਕਿਸ ਕੰਪਿਊਟਰ ਐਪਲੀਕੇਸ਼ਨ ਨਾਲ ਡੀਲ ਕਰਦਾ? MS Excel ਵਿੱਚ ਆਪਾਂ ਗੱਲਬਾਤ ਕਰਦੇ ਹਾਂ ਵਰਕਬੁੱਕ ਦੀ। ਠੀਕ ਹੈ ਜੀ। ਨੈਕਸਟ ਹੈਗਾ ਬਾਈ ਡਿਫਾਲਟ ਹਾਊ ਮੈਨੀ ਵਰਕਸ਼ੀਟਸ ਆਰ ਪ੍ਰੈਜੈਂਟ ਇਨ ਦੀ ਵਰਕਬੁੱਕ ਆਫ MS Excel। ਤਾਂ MS Excel ਦੀ ਵਰਕਸ਼ੀਟ ਵਿੱਚ ਕਿੰਨੇ ਵਰਕਬੁੱਕ ਵਿੱਚ ਕਿੰਨੀਆਂ ਵਰਕਸ਼ੀਟਾਂ ਹੁੰਦੀਆਂ ਨੇ? ਬਾਈ ਡਿਫਾਲਟ 3 ਹੁੰਦੀਆਂ ਨੇ। ਆਪਾਂ ਨੇ ਪਹਿਲਾਂ ਵੀ ਕਰ ਚੁੱਕੇ, ਮੈਂ ਤੁਹਾਨੂੰ ਫੋਟੋ ਵੀ ਦਿਖਾਈ ਸੀ ਸਪੈਸ਼ਲੀ। 3 ਵਰਕਸ਼ੀਟਾਂ ਹੁੰਦੀਆਂ ਨੇ ਇੱਕ ਵਰਕਬੁੱਕ ਵਿੱਚ। ਨੈਕਸਟ ਹੈਗਾ ਇਨ MS Excel ਆ ਵਰਕਬੁੱਕ ਮਸਟ ਕੰਟੇਨ ਐਟ ਲੀਸਟ ਡੈਸ਼ ਵਰਕਸ਼ੀਟ। MS Excel ਦੀ ਵਰਕਬੁੱਕ ਵਿੱਚ ਘੱਟੋ ਘੱਟ ਕਿੰਨੀਆਂ? ਧਿਆਨ ਰੱਖਿਓ ਉਰੇ ਵਰਡ ਆ ਗਿਆ ਘੱਟੋ ਘੱਟ, ਐਟ ਲੀਸਟ। ਘੱਟੋ ਇੱਕ ਤਾਂ ਹੋਊਗੀ ਨਾ ਤਾਂ ਹੀ ਕੰਮ ਆਪਣਾ ਹੋਏਗਾ ਨਾ MS Excel 'ਤੇ। ਤਾਂ ਘੱਟੋ ਇੱਕ ਸ਼ੀਟ ਹੋਣੀ ਜ਼ਰੂਰੀ ਹੈ। ਤਾਂ ਬਾਈ ਡਿਫਾਲਟ 3 ਹੁੰਦੀਆਂ ਨੇ। ਠੀਕ ਹੈ ਜੀ। ਤਾਂ ਇਸਦਾ 89 ਦਾ ਇਹ ਆਪਸ਼ਨ ਆ ਜਾਏਗਾ। ਠੀਕ ਹੈ ਜੀ। ਨੈਕਸਟ ਹੈਗਾ ਵਿਚ ਆਫ ਦੀ ਫੋਲੋਇੰਗ ਸਟੈਪਸ can be performed to edit the contents of a cell in an MS Excel। ਤਾਂ MS Excel ਵਰਕਸ਼ੀਟ ਵਿੱਚ ਕਿਸ ਸੈੱਲ ਦੇ ਕੰਟੈਂਟ ਨੂੰ ਬਦਲਣ ਦਾ ਸਹੀ ਤਰੀਕਾ ਹੈ? ਤਾਂ ਜੇਕਰ ਆਪਾਂ ਨੇ ਕਿਸੇ ਸੈੱਲ ਨੂੰ ਐਡਿਟ ਕਰਨਾ ਹੋਵੇ ਤਾਂ ਆਪਾਂ ਕਿਵੇਂ ਕਰ ਸਕਦੇ? ਡਬਲ ਕਲਿੱਕ ਕਰਕੇ ਸੈੱਲ ਦੇ ਉੱਤੇ। ਤਾਂ ਸੈੱਲ ਦੇ ਉੱਤੇ ਜਦੋਂ ਆਪਾਂ ਡਬਲ ਕਲਿੱਕ ਕਰਾਂਗੇ ਤਾਂ ਉਹ ਫਿਰ ਮਤਲਬ B ਆਪਸ਼ਨ ਦੇ ਉੱਤੇ ਟਿਕ ਲਾਉਂਗੇ ਤਾਂ ਫਿਰ ਆਪਾਂ ਐਡਿਟ ਕਰ ਸਕਦੇ ਹਾਂ। ਠੀਕ ਹੈ ਨਾ। ਨੈਕਸਟ ਹੈਗਾ ਵਿਚ ਆਫ ਦੀ ਫੋਲੋਇੰਗ ਇਜ਼ ਅ ਵੈਲਿਡ ਸੈੱਲ ਰੈਫਰੈਂਸ ਫॉर ਸੈੱਲ A1 to C15 ਇਨ MS Excel। ਤਾਂ A1 ਕੋਲਨ C15 ਤਾਂ 91 ਦਾ B ਆਪਸ਼ਨ। ਤਾਂ ਕੋਲਨ ਆ ਜਾਂਦਾ ਹੁੰਦਾ, ਰੇਂਜ ਬਣ ਜਾਂਦੀ ਹੁੰਦੀ ਹੈ। ਠੀਕ ਹੈ ਜੀ। ਨੈਕਸਟ ਹੈਗਾ ਵਿਚ ਆਫ ਦੀ ਫੋਲੋਇੰਗ ਰੈਫਰਸ ਟੂ ਅ ਵਰਕਬੁੱਕ ਵਿਦ ਰੈਫਰੈਂਸ ਟੂ MS Excel। ਤਾਂ MS Excel ਦੇ ਵਿੱਚ ਵਰਕਬੁੱਕ ਦੇ ਰੈਫਰੈਂਸ ਕੀ ਹੁੰਦੀ ਹੈ? ਕਲੈਕਸ਼ਨ ਆਫ ਵਰਕਸ਼ੀਟਸ। ਤਾਂ MS ਵਰਕਬੁੱਕ ਕੀ ਹੈ? ਕਲੈਕਸ਼ਨ ਆਫ ਵਰਕਸ਼ੀਟਸ ਨੂੰ ਆਪਾਂ D ਆਪਸ਼ਨ 'ਤੇ ਟਿਕ ਲਾਉਂਗੇ। ਤਾਂ ਵਰਕਬੁੱਕ ਕੀ ਹੈ? ਕਲੈਕਸ਼ਨ ਆਫ ਵਰਕਸ਼ੀਟਸ। ਠੀਕ ਹੈ ਜੀ। ਨੈਕਸਟ ਹੈਗਾ ਵੈਨ ਯੂ ਸਿਲੈਕਟ ਅ ਰੇਂਜ ਆਫ ਸੈੱਲਸ B3 ਤੋਂ ਲੈ ਕੇ G9 ਸਟਾਰਟਿੰਗ ਫਰੋਮ B3 ਇਨ ਐਨ MS Excel ਵਰਕਸ਼ੀਟ ਵਟ ਵਿਲ ਡਿਸਪਲੇ ਦੀ ਨੇਮ ਬਾਕਸ।
ਤਾਂ ਦੇਖੋ ਤੁਸੀਂ ਨੇ ਸਿਲੈਕਟ ਕੀਤੇ ਹੋਏ ਨੇ B3 ਤੋਂ ਲੈ ਕੇ G9 ਤੱਕ ਸੈੱਲ ਰੇਂਜ ਸਿਲੈਕਟ ਕੀਤੀ ਹੋਈ ਹੈ। ਤਾਂ ਨੇਮ ਬਾਕਸ ਵਿੱਚ ਕਹਿੰਦਾ ਕਿਹੜਾ ਸੈੱਲ ਆਊਗਾ, ਤਾਂ ਨੇਮ ਬਾਕਸ ਦੇ ਵਿੱਚ B3 ਆਊਗਾ, ਜਿਹੜਾ ਪਹਿਲੇ ਵਾਲਾ ਹੁੰਦਾ ਜਿੱਥੋਂ ਸ਼ੁਰੂ ਹੁੰਦਾ, ਠੀਕ ਹੈ ਨਾ। B3 ਤੋਂ ਸ਼ੁਰੂ ਕੀਤਾ ਤਾਂ B3 ਹੋਏਗਾ। ਤਾਂ B ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾਓਗੇ, B3 ਹੋਏਗਾ ਡੀਅਰ। ਤੁਹਾਨੂੰ ਮੈਂ ਫੋਟੋ ਵਿੱਚ ਵੀ ਸ਼ੋਅ ਕਰ ਦੇਣਾ। ਦੇਖੋ ਜਿਵੇਂ ਆ ਕੋਈ ਵੈਸੇ ਇੱਕ ਰੈਂਡਮ ਹੈ, ਦੇਖੋ ਆਪਣਾ ਸਿਲੈਕਟ ਕੀਤਾ ਹੋਇਆ ਹੈਗਾ ਬੇਸਿਕਲੀ C2 ਤੋਂ ਲੈ ਕੇ E7 ਤੱਕ ਸਿਲੈਕਟ ਕੀਤਾ ਹੋਇਆ, ਬਟ ਇਹ ਐਡਰੈਸ ਨੇਮ ਬਾਕਸ ਕੀ ਸ਼ੋਅ ਕਰ ਰਿਹਾ ਹੈ, C2 ਸ਼ੋਅ ਕਰ ਰਿਹਾ, ਕਿਉਂਕਿ C2 ਤੋਂ ਸ਼ੁਰੂ ਕੀਤਾ ਹੈਗਾ, ਠੀਕ ਹੈ ਨਾ ਜੀ। ਹਾਂਜੀ ਨੈਕਸਟ ਹੈਗਾ, ਵਿਚ ਆਫ ਦੀ ਫੋਲੋਇੰਗ ਇਜ਼ ਯੂਜ਼ ਟੂ ਸੈਪਰੇਟ ਆ ਵਰਕਬੁੱਕ ਇਨਟੂ ਸਪੈਸੀਫਿਕ ਵਰਕਸ਼ੀਟ ਇਨ MS Excel। MS Excel ਦੀ ਵਰਕਬੁੱਕ ਵਿੱਚ ਸਪੈਸੀਫਿਕ ਵਰਕਸ਼ੀਟ 'ਤੇ ਜਾਣ ਲਈ ਕਿਸ ਦਾ ਇਸਤੇਮਾਲ ਕਰਦੇ, ਤਾਂ ਜੇ ਆਪਾਂ ਨੇ ਨੈਕਸਟ ਵਰਕਸ਼ੀਟ 'ਤੇ ਜਾਣਾ ਹੋਵੇ ਤਾਂ ਆਪਾਂ ਸ਼ੀਟ ਟੈਬਸ ਦਾ ਇਸਤੇਮਾਲ ਕਰਾਂਗੇ। ਤਾਂ ਡੀ ਆਪਸ਼ਨ ਸ਼ੀਟ ਟੈਬ ਦੇ ਉੱਤੇ ਤੁਸੀਂ ਟਿਕ ਲਗਾਓਗੇ, ਠੀਕ ਹੈ ਜੀ। ਜਿਵੇਂ ਆ ਮੈਂ ਤੁਹਾਨੂੰ ਸ਼ੋਅ ਵੀ ਕਰਦਾ, ਦੇਖੋ ਆ ਜਿਹੜਾ ਹੈਗਾ ਮਤਲਬ ਸ਼ੀਟ ਟੈਬ ਇਹਨੂੰ ਬੋਲਦੇ ਹੁੰਦੇ ਨੇ, ਸ਼ੀਟ ਟੈਬ। ਤਾਂ ਤੁਸੀਂ ਮਤਲਬ ਜਿੱਥੇ ਮਰਜ਼ੀ ਤੁਸੀਂ ਮਤਲਬ ਜੰਪ ਕਰ ਸਕਦੇ ਹੋ ਇਸ ਸ਼ੀਟ ਟੈਬ ਦੇ ਨਾਲ, ਠੀਕ ਹੈ ਨਾ। ਹਾਂਜੀ ਨੈਕਸਟ ਹੈਗਾ, ਵਿਚ ਆਫ ਦੀ ਫੋਲੋਇੰਗ ਸਿੰਬਲ ਮਸਟ ਬੀ ਯੂਜ਼ਡ ਬਿਫੋਰ ਆ ਫਾਰਮੂਲਾ ਇਨ MS Excel ਸ਼ੀਟ। ਤਾਂ MS Excel ਸ਼ੀਟ ਵਿੱਚ ਫਾਰਮੂਲਾ ਸ਼ੁਰੂ ਕਰਨ ਲਈ ਪਹਿਲਾਂ ਕਿਹੜਾ ਸਿੰਬਲ ਲਗਾਇਆ ਜਾਂਦਾ ਹੈ, ਤਾਂ ਇਕੁਅਲ ਦਾ ਸਿੰਬਲ ਲਗਾਇਆ ਜਾਂਦਾ ਹੈ। ਤਾਂ ਇਹ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਗਾਓਗੇ, ਠੀਕ ਹੈ ਜੀ। ਨੈਕਸਟ ਹੈਗਾ, ਵੈਨ ਯੂ ਐਂਟਰ ਅ ਵੈਲਿਊ ਇਨ ਐਨ MS Excel ਸੈੱਲ ਐਂਡ ਪ੍ਰੈਸ ਦੀ ਐਂਟਰ ਕੀ ਵਟ ਵਿਲ ਹੈਪਨ ਬਾਈ ਡਿਫੋਲਟ। ਜਦੋਂ ਇੱਕ ਸੈੱਲ ਦੇ ਵਿੱਚ ਤੁਸੀਂ ਵੈਲਿਊ ਲਿਖਤੀ, ਉਸ ਤੋਂ ਬਾਅਦ ਤੁਸੀਂ ਐਂਟਰ ਪ੍ਰੈਸ ਕਰਤਾ, ਤਾਂ ਜਿਹੜਾ ਐਕਟਿਵ ਸੈੱਲ ਹੈ ਉਹ ਤੋਂ ਨਿਚਲੇ ਸੈੱਲ 'ਤੇ ਮਤਲਬ ਬਾਊਂਡਰੀ ਪਹੁੰਚ ਜੇਗੀ। ਤਾਂ ਦੀ ਕਰਸਰ ਸਿਲੈਕਸ਼ਨ ਬਾਕਸ ਵਿਲ ਮੂਵ ਟੂ ਦੀ ਲੋਅਰ ਸੈੱਲ, ਦੀ ਕਰਸਰ ਸਿਲੈਕਸ਼ਨ ਬਾਕਸ ਵਿਲ ਮੂਵ ਟੂ ਦੀ ਲੋਅਰ ਸੈੱਲ। ਤਾਂ B ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾਓਗੇ, ਠੀਕ ਹੈ ਜੀ। ਨੈਕਸਟ ਹੈਗਾ, ਵੈਨ ਯੂ ਐਂਟਰ ਆ ਵੈਲਿਊ ਇਨ MS Excel ਐਂਡ ਪ੍ਰੈਸ ਸ਼ਿਫਟ ਪ੍ਰੈਸ ਐਂਟਰ ਕੀ, ਤਾਂ ਵਟ ਵਿਲ ਹੈਪਨ। ਜੇ ਤੁਸੀਂ ਸ਼ਿਫਟ ਪਲੱਸ ਐਂਟਰ ਕੀ ਤੁਸੀਂ ਪ੍ਰੈਸ ਕਰਦੇ ਹੋ ਤਾਂ ਜਿਹੜਾ ਕਰਸਰ ਹੈ ਮਤਲਬ ਸਿਲੈਕਸ਼ਨ ਬਾਕਸ ਹੈ ਤਾਂ ਅਪਰ ਸੈੱਲ 'ਤੇ ਪਹੁੰਚ ਜਾਏਗਾ। ਤਾਂ ਇਹ ਆਪਸ਼ਨ ਅਪਰ ਸੈੱਲ, ਦੀ ਕਰਸਰ ਸਿਲੈਕਸ਼ਨ ਬਾਕਸ ਵਿਲ ਮੂਵ ਟੂ ਦੀ ਅਪਰ ਸੈੱਲ, ਤਾਂ ਅਪਰ ਸੈੱਲ 'ਤੇ ਪਹੁੰਚ ਜਾਏਗਾ ਡੀਅਰ, ਠੀਕ ਹੈ ਨਾ। ਨੈਕਸਟ ਹੈਗਾ, ਵਿਚ ਆਫ ਦੀ ਫੋਲੋਇੰਗ ਕੀਬੋਰਡ ਸ਼ਾਰਟਕਟ ਯੂਜ਼ ਟੂ ਸਟਾਰਟ ਅ ਨਿਊ ਲਾਈਨ ਇਨ ਦੀ ਸੇਮ ਸੈੱਲ। ਤਾਂ ਜੇ ਨਵੀਂ ਲਾਈਨ ਸ਼ੁਰੂ ਕਰਨੀ ਹੋਵੇ ਤਾਂ ਇਕੱਲਾ ਐਂਟਰ ਪ੍ਰੈਸ ਕਰਦੇ ਹਾਂ ਤਾਂ ਨੈਕਸਟ ਸੈੱਲ 'ਤੇ ਪਹੁੰਚ ਜਾਂਦਾ, ਬਟ ਜੇ ਨਵੀਂ ਲਾਈਨ ਸ਼ੁਰੂ ਕਰਨੀ ਹੋਵੇ ਉਸ ਦੇ ਵਿੱਚ ਹੀ ਤਾਂ ਆਲਟ ਪਲੱਸ ਐਂਟਰ ਪ੍ਰੈਸ ਕਰਦੇ ਹੁੰਦੇ ਆ, ਤਾਂ B ਆਪਸ਼ਨ 'ਤੇ ਟਿਕ ਲਾਉਂਗੇ, ਠੀਕ ਹੈ ਜੀ। ਨੈਕਸਟ ਹੈਗਾ, ਵਿਚ ਸ਼ਾਰਟਕਟ ਕੀ ਯੂਜ਼ ਟੂ ਮੂਵ ਟੂ ਦੀ ਪ੍ਰੀਵੀਅਸ ਸ਼ੀਟ ਇਨ MS Excel। ਤਾਂ MS Excel ਦੀ ਪ੍ਰੀਵੀਅਸ ਸ਼ੀਟ 'ਤੇ ਜਾਣ ਦੇ ਲਈ ਆਪਾਂ ਕਿਹੜੀ ਸ਼ਾਰਟਕਟ ਕੀ ਦਾ ਇਸਤੇਮਾਲ ਕਰਦੇ ਆ ਡੀਅਰ ਸਟੂਡੈਂਟ, ਤਾਂ ਆਪਾਂ ਪੇਜ ਕੰਟਰੋਲ ਪਲੱਸ ਪੇਜ ਅਪ ਦਾ ਇਸਤੇਮਾਲ ਕਰਦੇ ਜੇ ਆਪਾਂ ਨੇ ਪ੍ਰੀਵੀਅਸ ਸ਼ੀਟ 'ਤੇ ਜਾਣਾ ਹੈਗਾ, ਕੰਟਰੋਲ ਪਲੱਸ ਪੇਜ ਅਪ ਦਾ, ਠੀਕ ਹੈ ਜੀ। ਨੈਕਸਟ ਹੈਗਾ, ਵਿਚ ਸ਼ਾਰਟਕਟ ਕੀ ਯੂਜ਼ ਟੂ ਮੂਵ ਟੂ ਦੀ ਨੈਕਸਟ ਸ਼ੀਟ ਇਨ MS। ਜਿਹਦਾ ਪ੍ਰੀਵੀਅਸ 'ਤੇ ਜਾਣਾ ਹੈਗਾ ਸੀਗਾ ਤਾਂ ਕੰਟਰੋਲ ਪਲੱਸ ਪੇਜ ਅਪ, ਜੇ ਤੁਸੀਂ ਨੈਕਸਟ 'ਤੇ ਜਾਣਾ ਹੈਗਾ ਤਾਂ ਕੰਟਰੋਲ ਪਲੱਸ ਪੇਜ ਡਾਊਨ ਕਰੋਗੇ ਡੀਅਰ। ਤਾਂ ਇਹ ਆਪਸ਼ਨ ਦੇ ਉੱਤੇ ਤੁਸੀਂ ਟਿਕ ਲਾਓਗੇ। ਤਾਂ ਹੋਪ ਕਰਦਾ ਡੀਅਰ ਸਟੂਡੈਂਟ ਤੁਹਾਨੂੰ ਇਹ ਵੀ ਵੀਡੀਓ ਚੰਗੀ ਲੱਗੀ ਹੋਏਗੀ। ਤਾਂ ਪਲੀਜ਼ ਅੱਗੇ ਫਰੈਂਡਸ ਸ਼ੇਅਰ ਜ਼ਰੂਰ ਕਰ ਦਿਓ ਅਤੇ ਲਾਈਕ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ। ਥੈਂਕਸ ਯੂ ਐਵਰੀਵਨ ਫॉर ਵਾਚਿੰਗ ਦਿਸ ਵੀਡੀਓ।